ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਹੈਲੋ ਅਮਰੀਕਾ ਦੇ ਸੈਗਮੈਂਟ ਵਿੱਚ ਸਵਾਗਤ ਹੈ ਜਿੱਥੇ ਅਸੀਂ ਨਜ਼ਰ ਮਾਰਾਂਗੇ ਅਮਰੀਕਾ ਵਿਚਲੀਆਂ ਹਫ਼ਤਾਵਾਰ ਸਰਗਰਮੀਆਂ ਤੇ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਖਬਰਾਂ ਵੱਲ ਰੁਕ ਕਰਨ ਤੋਂ ਪਹਿਲਾਂ ਇੱਕ ਨਜ਼ਰ ਖਾਸ ਹੈਡਲਾਈਨਸ ਤੇ। ਸਾਲ 2020 ਵਿੱਚ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਪ੍ਰਕਿਰਿਆ ਦੀ ਅਧਿਕਾਰਿਕ ਤੌਰ ਤੇ ਹੋਈ ਸ਼ੁਰੂਆਤ। ਡੋਨਾਲਡ ਟਰੰਪ ਨੇ ਦ ਸਟੇਟ ਆਫ ਦ ਯੂਨੀਅਨ ਨੂੰ ਕੀਤਾ ਸੰਬੋਧਨ। ਇੰਪੀਚਮੈਂਟ ਮਾਮਲੇ ਵਿੱਚ ਟਰੰਪ ਬਰੀ, ਅਮਰੀਕੀ ਸੈਨੇਟ ਵੱਲੋਂ ਇੰਪੀਚਮੈਂਟ ਮਾਮਲੇ ਵਿੱਚ ਟਰੰਪ ਬਰੀ। ਪ੍ਰੇਮ ਪਰਮੇਸ਼ਵਰ ਟਰੰਪ ਦੇ ਅਮਰੀਕੀ ਏਸ਼ੀਅਨ ਅਤੇ ਪੈਸੀਫਿਕ ਆਈਲੈਂਡਰ ਦੇ ਐਡਵਾਈਜ਼ਰੀ ਕਮਿਸ਼ਨ ਵਿੱਚ ਸ਼ਾਮਿਲ। ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ। ਤੇ ਹੁਣ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ। ਅਮਰੀਕਾ ਵਿੱਚ ਸਾਲ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਪ੍ਰਕਿਰਿਆ ਦੀ ਅਧਿਕਾਰਿਕ ਤੌਰ ਤੇ ਸ਼ੁਰੂਆਤ ਹੋ ਗਈ ਹੈ ਤੇ ਲੋਕ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਦੇਣ ਲਈ ਆਇਓਵਾ ਸਟੇਟ ਵਿੱਚ ਇਕੱਠੇ ਹੋਏ। ਵੋਟਿੰਗ ਤੋਂ ਪਤਾ ਚੱਲ ਰਿਹਾ ਹੈ ਕਿ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ, ਸੈਨੇਟਰ ਬਰਨੀ ਸੈਂਡਰਸ, ਸੈਨੇਟਰ ਐਲਿਜ਼ਾਬੈਥ ਵਾਰਨ ਅਤੇ ਸਾਬਕਾ ਮੇਅਰ ਪੀਟ ਬਟਿੰਗ ਵਿਚਕਾਰ ਨੇੜਿਓਂ ਟੱਕਰ ਹੈ। ਰੀਅਲ ਕਲੀਅਰ ਪੋਲਿਟਿਕਸ ਮੁਤਾਬਿਕ ਹਾਲੀਆ 10 ਚੋਣਾਂ ਵਿੱਚ ਆਇਓਵਾ ਵਿੱਚ ਸੈਂਡਰਸ ਨੇ ਬਾਈਡਨ ਤੇ 3% ਦੀ ਬੜਤ ਬਣਾਈ ਹੈ। ਆਇਓਵਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਿਪਬਲਿਕਨ ਦੇ ਆਸਾਨੀ ਨਾਲ ਜਿੱਤਣ ਦੀ ਉਮੀਦ ਸੀ ਤੇ ਉੱਥੇ ਹੀ 12 ਡੈਮੋਕ੍ਰੈਟਿਕ ਅਤੇ 3 ਰਿਪਬਲਿਕਨ ਉਮੀਦਵਾਰ ਚੋਣਾਂ ਦੇ ਲਈ ਉਤਰੇ। ਡੈਮੋਕ੍ਰੈਟਿਕ ਲਈ ਆਇਓਵਾ ਨੂੰ ਖਾਸ ਤੌਰ ਤੇ ਦੇਖਿਆ ਜਾ ਰਿਹਾ ਹੈ। ਉੱਥੇ ਹਰ ਉਮੀਦਵਾਰ ਚੋਣ ਮੈਦਾਨ ਵਿੱਚ ਕੁੱਲ ਮਿਲਾ ਕੇ ਕਿਸ ਤਰ੍ਹਾਂ ਪ੍ਰਦਰਸ਼ਨ ਕਰਨਗੇ। ਆਇਓਵਾ ਵਿੱਚ ਆਖਰੀ 10 ਜੇਤੂਆਂ ਵਿੱਚੋਂ 7 ਨੇ ਆਖਰਕਾਰ ਡੈਮੋਕ੍ਰੈਟਿਕ ਪਾਰਟੀ ਤੋਂ ਨਾਮਜ਼ਦਗੀ ਕੀਤੀ। ਹਾਲਾਂਕਿ ਰਿਪਬਲਿਕਨ ਵੱਲੋਂ ਪਿਛਲੇ 8 ਜੇਤੂਆਂ ਵਿੱਚੋਂ ਸਿਰਫ 3 ਹੀ ਪਾਰਟੀ ਦੇ ਉਮੀਦਵਾਰ ਬਣੇ। ਇਹਨਾਂ ਤੋਂ ਪਹਿਲਾਂ ਪਿਛਲੀ ਵਾਰ ਆਇਓਵਾ ਵਿੱਚ ਹੋਈਆਂ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਹੱਥ ਵਿੱਚ 7 ਸੀਟਾਂ ਲੱਗੀਆਂ ਸਨ, ਜਦਕਿ ਰਿਪਬਲਿਕਨ ਪਾਰਟੀ 3 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਸੀ। Tonight, in this enormously consequential 2020 election, the first state in the country has voted, and today marks the beginning of the end for Donald Trump. An improbable hope became an undeniable reality. So we don't know all the results, but we know by the time it's all said and done, Iowa, you have shocked the nation. Tomorrow, Donald Trump will make a speech about the State of the Union, but I have a message for every American. Our union is stronger than Donald Trump. You have made me a better candidate, and you will make me a better president. We don't know all the results tonight, but tonight has already showed that Americans have a deep hunger for big structural change to make our economy and our democracy work for everyone. We know there's delays, but we know one thing. We are punching above our weight. And my friends here in Iowa, you know we have beaten the odds every step of the way. We have done it on the merits, we have done it with ideas, and we have done it with hard work. Indications are, from our indications, it's going to be close. We're going to walk out of here with our share of delegates. We don't know exactly what it is yet, but we feel good about where we are. And look, so it's on to New Hampshire, Nevada, South Carolina, and well beyond. We're in this for the long haul. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਇਹ ਟਰੰਪ ਦਾ ਸਟੇਟ ਆਫ ਯੂਨੀਅਨ ਦੇ ਲਈ ਤੀਜਾ ਭਾਸ਼ਣ ਸੀ ਤੇ ਇਸ ਵਿੱਚ ਇਸ ਵਾਰ ਸਟੇਟ ਆਫ ਯੂਨੀਅਨ ਦਾ ਵਿਸ਼ਾ ਸੀ ਇਹ ਮਹਾਨ ਅਮਰੀਕਾ ਦੀ ਵਾਪਸੀ।
ਸਟੇਟ ਆਫ ਯੂਨੀਅਨ ਵਿੱਚ ਟਰੰਪ ਬੋਲੇ ਕਿ ਕਰੋਨਾ ਵਾਇਰਸ ਸਮੱਸਿਆ ਤੇ ਅਸੀਂ ਚੀਨੀ ਸਰਕਾਰ ਨਾਲ ਰਲ ਕੇ ਕੋਈ ਹੱਲ ਕੱਢਣ ਦੇ ਲਈ ਕੰਮ ਕਰ ਰਹੇ ਹਾਂ। ਮੇਰਾ ਪ੍ਰਸ਼ਾਸਨ ਨਾਗਰਿਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਹਰ ਸੰਭਵ ਕਦਮ ਚੁੱਕ ਰਿਹਾ। ਚੀਨ ਨੇ ਦਹਾਕਿਆਂ ਤੋਂ ਅਮਰੀਕਾ ਦਾ ਫਾਇਦਾ ਲਿਆ, ਅਸੀਂ ਇਸ ਨੂੰ ਰੋਕ ਲਿਆ। ਇਸ ਸਮੇਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਹਨਾਂ ਦੀ ਸਰਕਾਰ ਦੇ ਨਾਲ ਸਾਡੇ ਸਬੰਧਾਂ ਵਿੱਚ ਕਾਫੀ ਸੁਧਾਰ ਹੋਇਆ। ਟਰੰਪ ਨੇ ਆਖਿਆ ਕਿ ਜਿਵੇਂ ਹੀ ਮੈਂ ਅਹੁਦਾ ਸੰਭਾਲਿਆ, ਮੈਂ ਅਮਰੀਕਾ ਦੀ ਆਰਥਿਕਤਾ ਨੂੰ ਮੁੜ ਲੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਨੇ। ਮੈਂ ਨੌਕਰੀਆਂ ਖਤਮ ਕਰਨ ਵਾਲੇ ਰਿਕਾਰਡ ਰੈਗੂਲੇਟਰਸ ਨੂੰ ਬਦਲ ਦਿੱਤਾ। ਟੈਕਸ ਵਿੱਚ ਇਤਿਹਾਸਿਕ ਅਤੇ ਰਿਕਾਰਡ ਕਮੀ ਆਈ ਹੈ। ਇਮਾਨਦਾਰ ਵਪਾਰ ਸਮਝੌਤਿਆਂ ਲਈ ਵੀ ਲੜਿਆ ਗਿਆ। ਅਮਰੀਕਾ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਲਈ ਅਸੀਂ ਫੌਜ ਵਿੱਚ $2.2 ਟ੍ਰਿਲੀਅਨ ਦਾ ਨਿਵੇਸ਼ ਕੀਤਾ। ਅਸੀਂ ਹਵਾਈ ਜਹਾਜ਼, ਮਿਜ਼ਾਈਲ, ਰਾਕੇਟ, ਸਮੁੰਦਰੀ ਜਹਾਜ਼ ਅਤੇ ਕਈ ਵਧੀਆ ਚੀਜ਼ਾਂ ਅਮਰੀਕਾ ਵਿੱਚ ਖਰੀਦੀਆਂ ਨੇ। 3 ਸਾਲ ਪਹਿਲਾਂ ਆਇਆ ਅੱਤਵਾਦੀਆਂ ਦੀ ਇਰਾਕ ਅਤੇ ਸੀਰੀਆ ਦੇ 20,000 ਵਰਗ ਮੀਲ ਦੀ ਮਾਲਕੀ ਸੀ ਤੇ ਅੱਜ IS ਦਾ 100% ਖਾਤਮਾ ਕਰ ਦਿੱਤਾ ਗਿਆ ਤੇ ਉਹਨਾਂ ਦੇ ਨੇਤਾ ਅਬਰ ਬਕਰ ਅਲ ਬਗਦਾਦੀ ਨੂੰ ਮਾਰ ਦਿੱਤਾ ਗਿਆ। ਕੁੱਲ ਮਿਲਾ ਕੇ ਟਰੰਪ ਨੇ ਆਪਣਾ ਹੀ ਗੁਣਗਾਨ ਗਾਇਆ। 3 years ago, we launched the great American comeback. Tonight, I stand before you to share the incredible results. Jobs are booming, incomes are soaring, poverty is plummeting, crime is falling, confidence is surging, and our country is thriving and highly respected again. America's enemies are on the run. America's fortunes are on the rise, and America's future is blazing bright. The years of economic decay are over. The days of our country being used, taken advantage of, and even scorned by other nations are long behind us. Gone too are the broken promises, jobless recoveries, tired platitudes, and constant excuses for the depletion of American wealth, power, and prestige. In just 3 short years, we have shattered the mentality of American decline, and we have rejected the downsizing of Americans' destiny. We have totally rejected the downsizing. We're moving forward at a pace that was unimaginable just a short time ago, and we are never, ever going back. ਤੇ ਟਰੰਪ ਦੇ ਸਟੇਟ ਆਫ ਯੂਨੀਅਨ ਦੇ ਦੌਰਾਨ ਸੰਸਦ ਦੇ ਹੇਠਲੇ ਸਦਨ ਯਾਨੀ ਕਿ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਅਤੇ ਰਾਸ਼ਟਰਪਤੀ ਦੇ ਵਿਚਾਲੇ ਤਲਖੀ ਦੇਖਣ ਨੂੰ ਮਿਲੀ। US ਕਾਂਗਰਸ ਵਿੱਚ ਵਿਰੋਧੀ ਪਾਰਟੀ ਡੈਮੋਕ੍ਰੇਟ ਦੀ ਮੁੱਖ ਆਗੂ ਨੈਂਸੀ ਪੈਲੋਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਭਾਸ਼ਣ ਖਤਮ ਹੁੰਦਿਆਂ ਹੀ ਆਪਣੇ ਜਜ਼ਬਾਤ ਜ਼ਾਹਿਰ ਕਰ ਦਿੱਤੇ। ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਟਰੰਪ ਵੱਲੋਂ ਆਪਣੀਆਂ ਪ੍ਰਾਪਤੀਆਂ ਕਾਂਗਰਸ ਨੂੰ ਦੱਸਣ ਵੇਲੇ ਉਹਨਾਂ ਦਾ ਭਾਸ਼ਣ ਚੁੱਪ-ਚੁਪੀਤੇ ਸੁਣਨ ਤੋਂ ਬਾਅਦ ਟਰੰਪ ਦੇ ਸਰਕਾਰੀ ਭਾਸ਼ਣ ਦੀ ਕਾਪੀ ਹੀ ਪਾੜ ਸੁੱਟੀ। ਟਰੰਪ ਤੇ ਉਹਨਾਂ ਦੇ ਵਿਰੋਧੀ ਡੈਮੋਕ੍ਰੇਟਸ ਵਿਚਾਲੇ ਕੁੜੱਤਣ ਤੇ ਤਣਾਅ ਸ਼ੁਰੂ ਤੋਂ ਹੀ ਦਿਸ ਰਿਹਾ ਸੀ। ਜਦੋਂ ਪੈਲੋਸੀ ਨੇ ਹੱਥ ਮਿਲਾਉਣ ਵਾਸਤੇ ਹੱਥ ਅੱਗੇ ਕੀਤਾ ਤਾਂ ਰਾਸ਼ਟਰਪਤੀ ਨੇ ਅੱਗੋਂ ਹੱਥ ਹੀ ਨਹੀਂ ਮਿਲਾਇਆ। ਪ੍ਰਤੀਨਿਧੀ ਸਦਨ ਯਾਨੀ ਕਿ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਰਾਸ਼ਟਰਪਤੀ ਦੇ ਪਿੱਛੇ ਪੈਲੋਸੀ ਬੈਠੀ ਸੀ ਅਤੇ ਨਕਲੀ ਮੁਸਕਾਨ ਦਿਖਾ ਰਹੀ ਸੀ। ਜਦੋਂ ਟਰੰਪ ਦਾ ਭਾਸ਼ਣ ਖਤਮ ਹੋਇਆ ਤਾਂ ਰਿਪਬਲਿਕਨਸ ਨੇ ਖੁਸ਼ੀ ਵਿੱਚ ਸਵਾਗਤ ਕੀਤਾ ਤਾਂ ਇੱਥੇ ਪੈਲੋਸੀ ਖੜੀ ਹੋਈ ਅਤੇ ਉਸਨੇ ਟਰੰਪ ਦੇ ਭਾਸ਼ਣ ਦੀ ਕਾਪੀ ਪਾੜ ਸੁੱਟੀ। Thank you. God bless you. And God bless America. Thank you very much.
ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੰਪੀਚਮੈਂਟ ਮਾਮਲੇ ਵਿੱਚ ਅਮਰੀਕੀ ਸੈਨੇਟ ਵੱਲੋਂ ਬੁੱਧਵਾਰ ਨੂੰ ਬਰੀ ਕਰ ਦਿੱਤਾ ਗਿਆ। ਅਮਰੀਕੀ ਇਤਿਹਾਸ ਵਿੱਚ ਟਰੰਪ ਤੀਜੇ ਰਾਸ਼ਟਰਪਤੀ ਹਨ ਜਿਨ੍ਹਾਂ ਖਿਲਾਫ ਇੰਪੀਚਮੈਂਟ ਦੀ ਕਾਰਵਾਈ ਕੀਤੀ ਗਈ ਤੇ ਇਸ ਸੰਬੰਧੀ ਪਈਆਂ ਵੋਟਾਂ ਨੇ ਦੇਸ਼ ਨੂੰ ਵੰਡ ਦਿੱਤਾ। ਟਰੰਪ ਦੇ ਕਸੂਰਵਾਰ ਹੋਣ ਜਾਂ ਨਾ ਹੋਣ ਬਾਰੇ ਸੈਨੇਟਰਸ ਨੇ ਵੋਟ ਕੀਤਾ ਤੇ ਫਿਰ ਚੀਫ ਜਸਟਿਸ ਜੌਨ ਰਾਬਰਟਸਨ ਨੇ ਟਰੰਪ ਨੂੰ ਵੋਟਾਂ ਦੇ ਆਧਾਰ ਉੱਤੇ ਮਹਾਯੋਗ ਤੋਂ ਬਰੀ ਕਰ ਦਿੱਤਾ। ਸਪੀਕਰ ਨੈਂਸੀ ਪੈਲੋਸੀ ਦੇ ਹਾਊਸ ਤੋਂ ਮਿਚ ਮੈਕਾਨਲ ਦੀ ਸੈਨੇਟ ਤੱਕ ਬੁੱਧਵਾਰ ਨੂੰ ਆਏ ਫੈਸਲੇ ਤੋਂ ਪਹਿਲਾਂ ਕਈ ਮਹੀਨੇ ਤੱਕ ਮਹਾਭਿਯੋਗ ਦੀ ਕਾਰਵਾਈ ਚੱਲੀ ਸੀ ਤੇ ਸਾਰੇ ਮਾਮਲੇ ਦੀ ਸ਼ੁਰੂਆਤ ਟਰੰਪ ਦੀ ਉਸ ਬੇਨਤੀ ਦੇ ਨਾਲ ਹੋਈ ਸੀ ਜਿਸ ਵਿੱਚ ਉਹਨਾਂ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੀ ਤਰਫਦਾਰੀ ਕਰਨ ਦੇ ਲਈ ਆਖਿਆ ਗਿਆ ਸੀ। ਇਸ ਤੋਂ ਬਾਅਦ ਇਹ ਆਖਿਆ ਗਿਆ ਸੀ ਕਿ ਟਰੰਪ ਨੇ ਨਿੱਜੀ ਅਤੇ ਸਿਆਸੀ ਲਾਹੇ ਕਾਰਨ ਅਮਰੀਕਾ ਦੇ ਵਿਦੇਸ਼ੀ ਸਬੰਧਾਂ ਨੂੰ ਖਤਰੇ ਵਿੱਚ ਪਾ ਦਿੱਤਾ। In this article of impeachment, 48 senators have pronounced Donald John Trump, President of the United States, guilty as charged. 52 senators have pronounced him not guilty as charged. 2/3 of the senators present not having pronounced him guilty, the Senate adjudges that the respondent, Donald John Trump, President of the United States, is not guilty as charged in the first article of impeachment. On this article of impeachment, 47 senators have pronounced Donald John Trump, President of the United States, guilty as charged. 53 senators have pronounced him not guilty as charged. 2/3 of the senators present not having pronounced him guilty, the Senate adjudges that respondent Donald John Trump, President of the United States, is not guilty as charged in the second article of impeachment. The presiding officer directs judgment to be entered in accordance with the judgment of the Senate as follows. The Senate, having tried Donald John Trump, President of the United States, upon 2 articles of impeachment exhibited against him by the House of Representatives, and 2/3 of the senators present not having found him guilty of the charges contained therein, it is therefore ordered and adjudged that the said Donald John Trump be, and he is hereby, acquitted of the charges in said articles. ਤੇ ਟਰੰਪ ਤੇ ਚੱਲ ਰਹੇ ਮਹਾਦੋਸ਼ ਦਾ ਮੁਕੱਦਮਾ ਜਿੱਤਣ ਤੋਂ ਬਾਅਦ ਉਹਨਾਂ ਨੇ ਧੰਨਵਾਦ ਭਾਸ਼ਣ ਦਿੱਤਾ ਤੇ ਨਾਲ ਹੀ ਅਖਬਾਰ ਵਿੱਚ ਮਹਾਦੋਸ਼ ਤੋਂ ਬਰੀ ਹੋਣ ਦੀ ਖਬਰ ਨੂੰ ਦਿਖਾਉਂਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਕਿ ਉਹਨਾਂ ਨੂੰ ਉਹਨਾਂ ਦੇ ਮਹਾਦੋਸ਼ ਦੇ ਦੌਰਾਨ ਕਾਫੀ ਦੁਖਦਾਈ ਅਨੁਭਵ ਦਾ ਸਾਹਮਣਾ ਕਰਨਾ ਪਿਆ। ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਸੰਸਦ ਮੈਂਬਰਾਂ ਤੇ ਨਿਸ਼ਾਨਾ ਵਿੰਨਿਆ ਤੇ ਕਿਹਾ ਕਿ ਸਾਡਾ ਦੇਸ਼ ਬਰਬਾਦ ਕਰ ਦੇਣਾ ਚਾਹੁੰਦੇ ਨੇ। ਟਰੰਪ ਨੇ ਵਾਈਟ ਹਾਊਸ ਦੇ ਈਸਟ ਰੂਮ ਵਿੱਚ ਆਖਿਆ ਕਿ ਇੱਕ ਜਸ਼ਨ ਹੈ, ਅਸੀਂ ਗਲਤ ਢੰਗ ਨਾਲ ਨਰਕ ਤੋਂ ਗੁਜ਼ਰੇ ਜਦਕਿ ਕੁਝ ਗਲਤ ਨਹੀਂ ਕੀਤਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਗਲਤ ਕਰਾਂਗਾ ਤਾਂ ਸਵੀਕਾਰ ਵੀ ਕਰਾਂਗਾ। It was evil, it was corrupt, it was dirty cops, it was leakers and liars. And this should never, ever happen to another president, ever. We were treated unbelievably unfairly. And you have to understand, we first went through Russia. It was all bullshit. So we had a campaign. Little did we know we were running against some very, very bad and evil people with fake dossiers, with all of these horrible dirty cops that took these dossiers and did bad things. They knew all about it. The FISA courts should be ashamed of themselves. It's a very tough thing. And then we ended up winning on Russia. It should have taken the one day, as I said, and it took years. Then Bob Mueller testified. That didn't work out so well for the other side. And right at the beginning, he knew we were right, Mike. And I appreciate it very much. You're just fantastic. And say hello to the people of Utah and tell them, I'm sorry about Mitt Romney. I'm sorry. Okay? They're vicious and mean. Vicious. These people are vicious. Adam Schiff is a vicious, horrible person. Nancy Pelosi is a horrible person. And she wanted to impeach a long time ago when she said, I pray for the president. I pray for the president. She doesn't pray. She may pray, but she prays for the opposite. We'll probably have to do it again because these people have gone stone cold crazy. But I've beaten them all my life. And I'll beat them again if I have to. But what they're doing is very unfair. Hello America ਦੇ ਸੈਗਮੈਂਟ ਵਿੱਚ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਤੁਸੀਂ ਬਣ ਰਹੋ ਸਾਡੇ ਨਾਲ।
ਬ੍ਰੇਕ ਤੋਂ ਬਾਅਦ ਹੈਲੋ ਅਮਰੀਕਾ ਦੇ ਸੈਗਮੈਂਟ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਉਧਰ ਸੰਯੁਕਤ ਰਾਜ ਦੀ ਰਾਜਧਾਨੀ ਵਿੱਚ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਵੈਨਜ਼ੂਏਲਾ ਦੇ ਵਿਰੋਧੀ ਧਿਰ ਦੇ ਨੇਤਾ ਜੁਆਨ ਗਾਇਡੋ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਤਾਰੀਫ ਕਰਦਿਆਂ ਆਖਿਆ ਕਿ ਉਹਨਾਂ ਦੀ ਦੋਵਾਂ ਪਾਰਟੀਆਂ ਵੱਲੋਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਦੋਵਾਂ ਦੀ ਹਮਾਇਤ ਕੀਤੀ ਗਈ ਹੈ। ਉਹਨਾਂ ਦੀ ਹਿੰਮਤ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਗਾਇਡੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਟੇਟ ਆਫ ਦ ਯੂਨੀਅਨ ਦੇ ਸੰਬੋਧਨ ਦੇ ਵਿੱਚ ਮਹਿਮਾਨ ਸਨ। ਵਾਈਟ ਹਾਊਸ ਵਿੱਚ ਟਰੰਪ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਸੀ। ਨਿਕੋਲਸ ਮਾਦੁਰੋ ਨੂੰ ਬਰਖਾਸਤ ਕਰਨ ਲਈ ਗਾਇਡੋ ਦੇ ਯਤਨਾਂ ਦੀ ਹਮਾਇਤ ਕਰਨ ਲਈ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ। Thank you for your courage and your leadership. Good afternoon, everyone. It was a great honor to welcome to the Capitol what we consider to be the president of Venezuela. We were all thrilled that he was at the State of the Union address the other day and received such an overwhelming bipartisan welcome to the Capitol. We believe that the plight of the people of Venezuela is a challenge to the conscience of the world, and we will all stay with you, Mr. President, in that fight. We want free and fair elections. We want strong bonds between our two countries. We want the oil executives who were rounded up by the corrupt Maduro regime to be released. And again, this is something that we care about deeply. That's why I'm so proud that we were able to pass the temporary protected status as one way to be helpful to the Venezuelan people who have come out. I really thank the President for his courage. I've been in Europe a number of times this year, and to see the support that he has across all of Europe is quite remarkable. Mr. President, thank you for your courage. Thank you for your leadership. Thank you for honoring us with your presence today. Esos 100 diputados que mantuvieron firme ejerciendo. Those 100 senators are staying strong, exercising the majority-determined support of the free world, friends of democracy, of liberty, and above all to support what we can do to put an end to this regime of terror that is so hard and destroyed Venezuela, which today shelters members of the ELN, a left-wing Colombian rebel group that promotes international terrorism, supports drug trafficking on the streets of the United States and the Caribbean. And by working together, determined we can make the difference. There is strong, powerful support that we heard in the State of the Union speech by the President. Los factores, por supuesto, las palabras del presidente. ਪ੍ਰੇਮ ਪਰਮੇਸ਼ਵਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਮਰੀਕੀ ਏਸ਼ੀਅਨ ਅਤੇ ਪੈਸੀਫਿਕ ਆਈਲੈਂਡਰ ਦੇ ਐਡਵਾਈਜ਼ਰੀ ਕਮਿਸ਼ਨ ਵਿੱਚ ਥਾਂ ਮਿਲੀ ਹੈ। 13 ਮੈਂਬਰਾਂ ਵੱਲੋਂ ਇਸ ਕਮਿਸ਼ਨ ਵਿੱਚ ਪ੍ਰੇਮ ਪਰਮੇਸ਼ਵਰ ਇਕੱਲੇ ਭਾਰਤੀ ਹਨ। ਉਹਨਾਂ ਨੂੰ ਕਮਿਸ਼ਨ ਦੇ ਹੋਰ ਮੈਂਬਰਾਂ ਦੇ ਨਾਲ 27 ਜਨਵਰੀ ਨੂੰ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਹੁਦੇ ਦੀ ਸਹੁੰ ਚੁਕਾਈ ਸੀ। ਇਸ ਮੌਕੇ ਪ੍ਰੇਮ ਪਰਮੇਸ਼ਵਰ ਨੇ ਕਮਿਸ਼ਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਖਿਆ ਕਿ ਮੇਰੇ ਪਿਤਾ ਇੱਕ ਵਿਦਿਆਰਥੀ ਦੇ ਤੌਰ ਤੇ ਅਮਰੀਕਾ ਆਏ ਸਨ। ਇੱਕ ਭਾਰਤੀ ਅਮਰੀਕੀ ਹੋਣ ਦੇ ਨਾਤੇ ਮੈਂ ਇਸ ਨਿਯੁਕਤੀ ਨਾਲ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਦੇ ਨਾਲ ਨਿਭਾਵਾਂਗਾ। ਅਮਰੀਕਾ ਵਿੱਚ ਪੜ੍ਹੇ ਲਿਖੇ ਪਰਮੇਸ਼ਵਰ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ ਅਤੇ ਈਰੋਜ਼ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਅਤੇ ਚੀਫ ਫਾਈਨੈਂਸ਼ੀਅਲ ਆਫੀਸਰ ਹਨ। ਉਹ 2015 ਵਿੱਚ ਈਰੋਜ਼ ਦੇ ਨਾਲ ਜੁੜੇ ਸਨ। ਪਰਮੇਸ਼ਵਰ ਗਲੋਬਲ ਦੂਰਸੰਚਾਰ ਮੀਡੀਆ ਅਤੇ ਇਨਵੈਸਟਮੈਂਟ ਬੈਂਕਿੰਗ ਦਾ ਤਜਰਬਾ ਰੱਖਦੇ ਹਨ। ਉਹ ਕੋਲੰਬੀਆ ਬਿਜ਼ਨਸ ਸਕੂਲ ਦੇ ਫਾਈਨੈਂਸ਼ੀਅਲ ਸਟੱਡੀਜ਼ ਪ੍ਰੋਗਰਾਮ ਵਿੱਚ ਸ਼ਾਮਿਲ ਹਨ। ਤੇ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਇੱਕ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ, ਜਿਸ ਦੇ ਹਮਲੇ ਤੋਂ ਉਹਨਾਂ ਦਾ ਬਚਾਅ ਰਿਹਾ। ਡਿਪਟੀ ਸੁਖਦੀਪ ਸਿੰਘ ਗਿੱਲ ਮੋਰਗਨ ਹਿੱਲ ਦੇ ਆਸ-ਪਾਸ ਦੇ ਖੇਤਰ ਵਿੱਚ ਗਸ਼ਤ ਕਰ ਰਹੇ ਸਨ ਜਦੋਂ ਅਚਾਨਕ ਉਹਨਾਂ ਦੀ ਗਸ਼ਤ ਵਾਲੀ ਕਾਰ ਦੇ ਬਾਹਰ ਗੋਲੀਆਂ ਚੱਲੀਆਂ। ਡਿਪਟੀ ਸੁਖਦੀਪ ਤੇ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 3 ਉਹਨਾਂ ਦੀ ਕਾਰ ਤੇ ਲੱਗੀਆਂ ਤੇ ਇੱਕ ਗੋਲੀ ਉਹਨਾਂ ਦੀ ਛਾਤੀ ਤੇ ਲੱਗੇ ਬੋਡੀ ਕੈਮਰੇ ਵਿੱਚ ਲੱਗੀ, ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ਨੂੰ ਕਿਸਮਤ ਵਾਲਾ ਆਖਿਆ, ਕਿਉਂਕਿ ਗੋਲੀਆਂ ਉਸ ਨੂੰ ਕਿਤੇ ਵੀ ਲੱਗ ਸਕਦੀਆਂ ਸਨ। ਇਸ ਹਮਲੇ ਨੂੰ ਨਸਲੀ ਹਮਲੇ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ। ਤਾਂ ਦੱਸ ਦਈਏ, ਇਸ ਤੋਂ ਪਹਿਲਾਂ ਵੀ ਸਿੱਖਾਂ ਤੇ ਨਸਲੀ ਹਮਲੇ ਹੁੰਦੇ ਰਹੇ ਹਨ, ਪਰ ਪੁਲਿਸ ਅਧਿਕਾਰੀ ਤੇ ਹਮਲਾ ਹੋਣਾ ਚਿੰਤਾ ਦਾ ਵਿਸ਼ਾ। ਤਾਂ ਦੱਸ ਦਈਏ, ਸਤੰਬਰ ਮਹੀਨੇ ਅਮਰੀਕਾ ਦੇ ਟੈਕਸਸ ਵਿੱਚ ਅਮਰੀਕੀ ਸਿੱਖ ਪੁਲਿਸ ਆਫੀਸਰ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। The suspect's vehicle approached the parked car, and as they approached, they turned off their lights.
and immediately began firing rounds at the deputy. His patrol car was struck several times, and Deputy Gill was hit once, and the bullet hit him in the center of the chest. He displayed exemplary courage while being fired at. And actually, this was an ambush. It is unknown whether it's a hate crime or just a crime of opportunity against law enforcement. ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਭਾਰਤ ਦੇ ਅਗਲੇ ਐਂਬੈਸਡਰ ਵਜੋਂ ਵਾਸ਼ਿੰਗਟਨ ਡੀਸੀ ਵਿੱਚ ਕਾਰਜਭਾਰ ਸੰਭਾਲ ਲਿਆ। ਵਿਦੇਸ਼ ਮੰਤਰਾਲੇ ਮੁਤਾਬਕ ਸੰਧੂ ਨੇ ਅਮਰੀਕਾ ਦੇ ਸਾਬਕਾ ਐਂਬੈਸਡਰ ਹਰਸ਼ਵਰਧਨ ਸਿੰਗਲਾ ਦੀ ਥਾਂ ਜੋ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ 1998 ਬੈਚ ਦੇ IFS ਸੰਧੂ ਪਹਿਲਾਂ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਹਨ। ਸ਼੍ਰੀਲੰਕਾ ਵਿੱਚ ਹਾਈ ਕਮਿਸ਼ਨਰ ਦੇ ਤੌਰ ਤੇ ਆਪਣੀ ਮੌਜੂਦਾ ਤਾਇਨਾਤੀ ਤੋਂ ਪਹਿਲਾਂ ਉਹ 2013 ਤੋਂ ਲੈ ਕੇ 2017 ਤੱਕ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ 2011 ਤੋਂ ਲੈ ਕੇ 2013 ਤੱਕ ਫਰੈਂਕਫਰਟ ਵਿੱਚ ਕਾਉਂਸਲ ਜਨਰਲ ਆਫ ਇੰਡੀਆ ਦੇ ਅਹੁਦੇ ਤੇ ਕੰਮ ਕੀਤਾ। ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ ਵਿੱਚ ਭਾਰਤੀ ਮਿਸ਼ਨ ਵਿੱਚ ਸਥਾਈ ਤਾਇਨਾਤੀ ਦੌਰਾਨ ਉਹਨਾਂ ਨੇ 2005 ਤੋਂ 2009 ਤੱਕ ਨਿਊਯਾਰਕ ਵਿੱਚ ਰਹੇ। ਉਹ 1997 ਤੋਂ ਲੈ ਕੇ 2000 ਤੱਕ ਕਰੀਬ 4 ਸਾਲ ਤੱਕ ਵਾਸ਼ਿੰਗਟਨ ਵਿੱਚ ਸਥਿਤ ਭਾਰਤੀ ਅੰਬੈਸੀ ਵਿੱਚ ਬਤੌਰ ਸਕੱਤਰ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਇਸ ਲਿਹਾਜ਼ ਨਾਲ ਉਹਨਾਂ ਨੇ ਆਪਣੇ 30 ਸਾਲ ਦੇ ਕੈਰੀਅਰ ਵਿੱਚੋਂ ਕਰੀਬ 15 ਸਾਲ ਅਮਰੀਕਾ ਵਿੱਚ ਬਿਤਾਏ ਹਨ। ਲਿਹਾਜ਼ਾ ਉਹਨਾਂ ਦੇ ਅਮਰੀਕੀ ਡਿਪਲੋਮੈਟਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨਾਲ ਵੀ ਚੰਗੇ ਸਬੰਧ ਹਨ। ਉਹਨਾਂ ਦੀ ਅਮਰੀਕਾ ਵਿੱਚ ਦੁਬਾਰਾ ਤਾਇਨਾਤੀ ਭਾਰਤ ਅਮਰੀਕੀ ਰਿਸ਼ਤਿਆਂ ਨੂੰ ਨਵੇਂ ਅੰਜਾਮ ਦੇ ਸਕਦੀ ਹੈ। ਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਟਰੰਪ ਨੂੰ ਆਪਣਾ ਪ੍ਰਮਾਣ ਪੱਤਰ ਪੇਸ਼ ਕੀਤਾ। ਇਸ ਮੌਕੇ ਡੋਨਾਲਡ ਟਰੰਪ ਵੱਲੋਂ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੰਪ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਸੰਧੂ ਦੀ ਸਫਲਤਾ ਦੀ ਕਾਮਨਾ ਕੀਤੀ। ਤੁਹਾਨੂੰ ਦੱਸ ਦਈਏ ਤਰਨਜੀਤ ਸਿੰਘ ਸੰਧੂ ਨੇ ਬੀਤੇ ਦਿਨ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਵਾਸ਼ਿੰਗਟਨ ਡੀਸੀ ਵਿੱਚ ਕਾਰਜਭਾਰ ਸੰਭਾਲ ਲਿਆ। ਸੰਧੂ ਨੇ ਅਮਰੀਕਾ ਵਿੱਚ ਸਾਬਕਾ ਰਾਜਦੂਤ ਹਰਸ਼ਵਰਧਨ ਸਿੰਗਲਾ ਦੀ ਥਾਂ ਲਈ ਹੈ ਜੋ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ। ਤੇ ਲੰਬੇ ਸਮੇਂ ਤੱਕ ਸਪੇਸ ਵਿੱਚ ਰਹਿਣ ਦਾ ਰਿਕਾਰਡ ਬਣਾਉਣ ਤੋਂ ਬਾਅਦ ਅਮਰੀਕੀ ਸਪੇਸ ਯਾਤਰੀ ਕ੍ਰਿਸਟੀਨਾ ਕੋਚ ਵਾਪਸ ਧਰਤੀ ਤੇ ਪਰਤ ਆਈ ਹੈ। ਸਪੇਸ ਵਿੱਚ ਉਹਨਾਂ ਨੇ ਰਿਕਾਰਡ 328 ਦਿਨ ਬਿਤਾਏ। ਉਹਨਾਂ ਨੇ ਸਾਲ 2019 ਵਿੱਚ ਔਰਤਾਂ ਦੇ ਦਲ ਦੀ ਸਪੇਸ ਵਾਕ ਵਿੱਚ ਅਗਵਾਈ ਕੀਤੀ ਸੀ। ਤਾਂ ਦੱਸ ਦਈਏ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਪੇਸ ਵਾਕ ਵਿੱਚ ਪੂਰੀ ਤਰ੍ਹਾਂ ਸਿਰਫ ਔਰਤਾਂ ਦਾ ਦਲ ਸਪੇਸ ਸਟੇਸ਼ਨ ਤੋਂ ਬਾਹਰ ਗਿਆ। ਨਾਸਾ ਦੇ ਮੁਤਾਬਿਕ ਉਹਨਾਂ ਨੇ ਸਪੇਸ ਵਿੱਚ 328 ਦਿਨ ਬਿਤਾਏ ਹਨ। ਇਸ ਲੜੀ ਵਿੱਚ ਉਹਨਾਂ ਨੇ ਧਰਤੀ ਦੇ 5248 ਚੱਕਰ ਲਗਾਏ ਅਤੇ 3.9 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਹਨਾਂ ਨੇ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ 6 ਵਾਰ ਚਹਿਲ ਕਦਮੀ ਕੀਤੀ ਤੇ ਖੁੱਲੇ ਆਕਾਸ਼ ਵਿੱਚ 42 ਘੰਟੇ 15 ਮਿੰਟ ਬਿਤਾਏ। ਇਸ ਦੌਰਾਨ ਉਹਨਾਂ ਨੇ ਕਈ ਵਿਗਿਆਨਿਕ ਪ੍ਰਯੋਗਾਂ ਤੇ ਮਿਸ਼ਨਾਂ ਨੂੰ ਅੰਜਾਮ ਦਿੱਤਾ। ਨਾਸਾ ਮੁਤਾਬਿਕ ਪਿਛਲਾ ਰਿਕਾਰਡ ਅਮਰੀਕੀ ਸਪੇਸ ਯਾਤਰੀ ਪੈਗੀ ਵਿਟਸਨ ਦੇ ਨਾਮ ਸੀ। ਵਿਟਸਨ ਸਾਲ 2016 ਤੋਂ 2017 ਦੇ ਦੌਰਾਨ ਸਟੇਸ਼ਨ ਕਮਾਂਡਰ ਦੇ ਤੌਰ ਤੇ 288 ਦਿਨ ਤੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਰਹੀ ਸੀ। ਨਾਸਾ ਨੇ ਦੱਸਿਆ ਕਿ ਕ੍ਰਿਸਟੀਨਾ ਦੇ ਨਾਲ ਯੂਰਪੀ ਸਪੇਸ ਏਜੰਸੀ ਦੇ ਸਪੇਸ ਯਾਤਰੀ ਅਤੇ ਰੂਸ ਦੇ ਸਪੇਸ ਯਾਤਰੀ ਵੀ ਵਾਪਸ ਪਰਤੇ ਹਨ। ਇਸ ਮਿਸ਼ਨ ਦੇ ਦੌਰਾਨ ਵਿਗਿਆਨਿਕਾਂ ਨੂੰ ਭਵਿੱਖ ਦੇ ਚੰਦਰਮਾ ਤੇ ਮੰਗਲ ਮਿਸ਼ਨਾਂ ਤੋਂ ਇਲਾਵਾ ਗ੍ਰੈਵਿਟੀ ਅਤੇ ਸਪੇਸ ਰੇਡੀਏਸ਼ਨ ਦਾ ਮਹਿਲਾਵਾਂ ਦੇ ਸਰੀਰ ਤੇ ਅਸਰ ਨੂੰ ਲੈ ਕੇ ਮਹੱਤਵਪੂਰਨ ਡੇਟਾ ਮੁਹੱਈਆ ਹੋਇਆ। ਇਸ ਤੇ ਆਉਣ ਵਾਲੇ ਸਮੇਂ ਵਿੱਚ ਅਧਿਐਨ ਕੀਤਾ ਜਾਵੇਗਾ ਜੋ ਅਮਰੀਕੀ ਸਪੇਸ ਏਜੰਸੀ ਦੇ ਕੰਮ ਆਏਗਾ ਕਿਉਂਕਿ ਅਗਲੇ ਦਹਾਕੇ ਵਿੱਚ ਚੰਦਰਮਾ ਦੀ ਸਤ੍ਹਾ ਤੇ ਸਥਾਈ ਸਪੇਸ ਸਟੇਸ਼ਨ ਬਣਾਉਣ ਦਾ ਉਹਨਾਂ ਦਾ ਟੀਚਾ ਹੈ। 41 ਸਾਲਾ ਕ੍ਰਿਸਟੀਨਾ ਕੋਚ ਦਾ ਇਹ ਬਹੁਤ ਹੀ ਵਿਅਸਤ ਮਿਸ਼ਨ ਸੀ ਜਿਸ ਤੋਂ ਭਵਿੱਖ ਦੇ ਚੰਦਰਮਾ ਤੇ ਮੰਗਲ ਮਿਸ਼ਨ ਦਾ ਮਹੱਤਵਪੂਰਨ ਡੇਟਾ ਮਿਲ ਗਿਆ। ਔਰਤਾਂ ਦੇ ਸਪੇਸ ਵਾਕ ਦੀ ਪਹਿਲੀ ਕੋਸ਼ਿਸ਼ ਨਾਸਾ ਨੂੰ ਰੱਦ ਕਰਨੀ ਪਈ ਸੀ ਕਿਉਂਕਿ ਉਸਦੀ ਇੱਕ ਸਪੇਸ ਯਾਤਰੀ ਦੇ ਕੋਲ ਮੀਡੀਅਮ ਸਾਈਜ਼ ਦਾ ਸਪੇਸ ਸੂਟ ਮੁਹੱਈਆ ਨਹੀਂ ਸੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।